ਹੈਲੋ ਫਰੈਂਡਸ, ਵੈਲਕਮ ਬੈਕ ਮਾਈ ਚੈਨਲ। ਅੱਜ ਅਸੀਂ ਕਰਨ ਜਾ ਰਹੇ ਹਾਂ ਇੰਗਲਿਸ਼ ਦਾ ਸੋਲਵ ਬੋਰਡ ਸੈਂਪਲ ਪੇਪਰ, ਜਿਹਦੇ ਵਿੱਚ ਸਾਡੇ ਕੋਲ ਸੈਕਸ਼ਨ ਏ ਦੇ ਵਿੱਚ ਸਭ ਤੋਂ ਪਹਿਲਾਂ ਹੈ ਇੱਕ ਪੋਸਟਰ, ਜਿਹਨੂੰ ਅਸੀਂ ਦੇਖ ਕੇ 5 ਕੁਐਸਚਨ ਆਨਸਰਸ ਕਰਨੇ ਆ ਰਹੇ ਜੀ ਉਹ ਕੁਐਸਚਨਸ। ਅਤੇ ਸਾਡੇ ਕੋਲ ਸੈਕਸ਼ਨ ਬੀ ਵਿੱਚ ਹੈ ਦੂਸਰੇ ਨੰਬਰ 'ਚ ਕੁਐਸਚਨ ਆਨਸਰਸ ਮੇਨ ਕੋਰਸ ਬੁੱਕ 'ਚੋਂ, ਜਿਹਦੇ ਵਿੱਚ ਅਸੀਂ 3 ਆਊਟ ਆਫ 5 ਕੁਐਸਚਨਸ ਕਰਨੇ ਹੋਣਗੇ। ਹਾਂਜੀ, ਸਾਡੇ ਕੋਲ ਤੀਜੇ ਨੰਬਰ 'ਚ ਹੈ ਇੰਗਲਿਸ਼ ਲਿਟਰੇਚਰ ਬੁੱਕ ਵਿੱਚੋਂ ਕੁਐਸਚਨਸ, ਜੋ ਕਿ ਸਾਨੂੰ 2 ਆਊਟ ਆਫ 4 ਕਰਨੇ ਹੋਣਗੇ। ਹਾਂਜੀ, ਸਾਡੇ ਕੋਲ ਫੋਰਥ ਹੈ ਸਾਨੂੰ ਜਾਂ ਤਾਂ ਫਿਰ ਸੈਂਟਰਲ ਆਈਡੀਆ ਕਰਨਾ ਹੋਏਗਾ ਜਾਂ ਫਿਰ ਸਟੈਂਜ਼ਾ ਕਰਨਾ ਹੋਏਗਾ। ਇਹ ਸਾਡੀ MCB ਬੁੱਕ ਵਿੱਚੋਂ ਪੋਇਮਸ ਨੇ 2। ਹਾਂਜੀ, ਸਾਡੇ ਕੋਲ ਅਗਲਾ ਸੈਕਸ਼ਨ ਸੀ ਦੇ ਵਿੱਚ ਅਸੀਂ ਵੋਕੈਬਲਰੀ, ਜਿਹਦੇ ਵਿੱਚ ਸਾਨੂੰ ਆਉਣਗੇ ਈਡੀਅਮਸ ਐਂਡ ਸੇਮ ਵਰਡਸ। ਹਾਂਜੀ, ਸਾਡੇ ਕੋਲ ਸੈਕਸ਼ਨ ਡੀ ਦੇ ਵਿੱਚ ਸਾਡੇ ਕੋਲ ਆਏਗੀ ਟਰਾਂਸਲੇਸ਼ਨ ਪੰਜਾਬੀ ਟੂ ਇੰਗਲਿਸ਼ ਐਂਡ ਇੰਗਲਿਸ਼ ਟੂ ਪੰਜਾਬੀ, ਜਿਹਦੇ ਵਿੱਚ ਸਾਨੂੰ 2 ਆਊਟ ਆਫ 3 ਕਰਨੇ ਹੋਣਗੇ। ਹਾਂਜੀ, ਸਾਡੇ ਕੋਲ 7 ਨੰਬਰ 'ਚ ਹੈ ਡੂ ਐਜ਼ ਡਾਇਰੈਕਟਡ, ਸਾਨੂੰ ਗ੍ਰਾਮਰ ਆਏਗੀ, ਜਿਹਦੇ ਵਿੱਚ ਸਾਨੂੰ ਪਹਿਲਾ ਤਾਂ ਮੋਡਾਲ ਕਰਨਾ ਹੋਏਗਾ, ਦੂਸਰਾ ਸੈਂਟੈਂਸ ਕਨੈਕਟਰ, ਥਰਡ ਸਾਡੇ ਕੋਲ ਹੋਏਗਾ ਇਨਡਾਇਰੈਕਟ ਸਪੀਚ, ਫੋਰਥ ਹੋਏਗਾ ਸਾਡੇ ਕੋਲ ਟੈਂਸਿਸ ਐਂਡ ਫਿਫਥ ਹੋਏਗਾ ਪੰਕਚੁਏਸ਼ਨ। ਹਾਂਜੀ, ਇਸੇ ਦੇ ਨਾਲ ਸਾਡੇ ਕੋਲ 8th ਹੈ, ਸਾਡੇ ਕੋਲ ਚੁਆਇਸ ਹੋਏਗੀ, ਸਾਨੂੰ ਪੈਰਾਗ੍ਰਾਫ ਕਰਨੇ ਹੋਣਗੇ ਦੋਵਾਂ ਵਿੱਚੋਂ ਕੋਈ ਇੱਕ। ਹਾਂਜੀ, ਸਾਡੇ ਕੋਲ 9th ਕੁਐਸਚਨ ਹੈ, ਸਾਨੂੰ ਕੋਈ ਵੀ ਇੱਕ ਲੈਟਰ ਕਰਨੀ ਹੋਏਗੀ, ਜਿਹਦੇ ਵਿੱਚ ਕਿ ਸਾਨੂੰ ਚੁਆਇਸ ਹੈ। ਹਾਂਜੀ, 10th ਨੰਬਰ 'ਤੇ ਵੀ ਸਾਡੇ ਕੋਲ ਮਾਰਕਸ ਹੈ ਗੁੱਡ ਹੈਂਡ ਰਾਈਟਿੰਗ ਦੇ 2। ਹਾਂਜੀ, ਹੁਣ ਅਸੀਂ ਇਸ ਸੈਂਪਲ ਪੇਪਰ ਦੇ ਸਲਿਊਸ਼ਨ ਕਰਾਂਗੇ। ਹਾਂਜੀ, ਸਾਡੇ ਕੋਲ ਸਭ ਤੋਂ ਪਹਿਲਾਂ ਸੀ ਪੋਸਟਰ, ਜਿਹਨੂੰ ਦੇਖ ਕੇ ਅਸੀਂ ਕੁਐਸਚਨਸ ਦੇ ਆਨਸਰ ਦੇਣੇ ਸੀ। ਹਾਂਜੀ, ਸਾਡੇ ਕੋਲ ਜਿਹਦੇ ਵਿੱਚ ਪਹਿਲਾ ਕੁਐਸਚਨ ਸੀ ਵਿਚ ਫੇਅਰ ਇਜ਼ ਕਿਡਜ਼ੀ ਲਾਈਬ੍ਰੇਰੀ ਗੋਇੰਗ ਟੂ ਔਰਗਨਾਈਜ਼ ਫਰੋਮ 22 ਨਵੰਬਰ ਟੂ 26 ਨਵੰਬਰ। ਹਾਂਜੀ, ਕਿਹੜਾ ਬੁੱਕ ਫੇਅਰ, ਵਿਚ ਐਕਟੀਵਿਟੀਜ਼ ਵਿਲ ਬੀ ਔਰਗਨਾਈਜ਼ਡ ਬਾਏ ਕਿਡਜ਼ੀ ਲਾਈਬ੍ਰੇਰੀ ਐਟ ਦ ਬੁੱਕ ਫੇਅਰ। ਹਾਂਜੀ, ਸਾਡੇ ਕੋਲ ਆ ਰਹੀਆਂ ਦਿੱਤੀਆਂ ਹੋਈਆਂ ਨੇ ਲਿਸਟ ਆਫ ਲਾਈਬ੍ਰੇਰੀ ਐਕਟੀਵਿਟੀਜ਼, ਜਿਹਦੇ ਵਿੱਚ ਸਾਡੇ ਕੋਲ ਫਸਟ ਹੈ ਕਲਰਿੰਗ ਕੰਪੀਟੀਸ਼ਨ ਪ੍ਰੀ ਸਕੂਲ 3rd ਕਲਾਸ ਟੂ 5th ਕਲਾਸ। ਸੈਕਿੰਡ ਹੈ ਬੁੱਕ ਮਾਰਕ ਡਿਜ਼ਾਈਨ ਕੰਪੀਟੀਸ਼ਨ grade 1 to 5। ਥਰਡ ਹੈ 6 word story competition grade 6 to 8। ਐਂਡ ਫੋਰਥ ਹੈ ਸੈਸ਼ਨ ਅਬਾਊਟ ਅਕੈਡਮਿਕ ਓਨੈਸਟੀ ਪੇਰੈਂਟਸ ਲਈ। ਹਾਂਜੀ, ਸਾਡੇ ਕੋਲ ਥਰਡ ਕੁਐਸਚਨ ਹੈ There is a big room in our school where a lot of books are kept. What is that room called? ਹਾਂਜੀ, ਕੀ ਕਹਿੰਦੇ ਆ ਅਸੀਂ ਉਸ ਰੂਮ ਨੂੰ? ਲਾਈਬ੍ਰੇਰੀ। ਸਾਡੇ ਕੋਲ ਚੌਥਾ ਕੁਐਸਚਨ ਹੈ Rohan is in grade 2nd. He wants to take part in book fair activities. In which activity could he take part? ਹਾਂਜੀ, ਜਿਵੇਂ ਹੁਣੀ ਅਸੀਂ ਉੱਪਰ ਹੀ ਕੀਤਾ ਸੀ, ਤਾਂ ਉਹ ਕਿਹੜੇ ਵਾਲੀ ਐਕਟੀਵਿਟੀ 'ਚ ਪਾਰਟ ਲਏਗਾ? ਬੁੱਕ ਮਾਰਕ ਡਿਜ਼ਾਈਨ ਕੰਪੀਟੀਸ਼ਨ ਵਿੱਚ, ਜੋ ਕਿ ਕਿੱਥੇ ਹੈ grade 1 to 5 ਦੇ ਵਿੱਚ। ਹਾਂਜੀ, ਸਾਡੇ ਕੋਲ ਅਗਲਾ ਕੁਐਸਚਨ ਹੈ In the library fair there will be a session about academic honesty for the parents. ਹਾਂਜੀ, ਸਾਡੇ ਕੋਲ ਸੈਕਸ਼ਨ ਬੀ ਵਿੱਚ ਹੈ, ਸਾਨੂੰ ਕੋਈ 3 ਕੁਐਸਚਨ ਕਰਨੇ ਹੋਣਗੇ, ਜਿਹਦੇ ਵਿੱਚ ਸਾਨੂੰ 5 ਕੁਐਸਚਨਸ ਦਿੱਤੇ ਹੋਣਗੇ। ਹਾਂਜੀ, ਜਿਸ ਦੇ ਵਿੱਚ ਸਾਡੇ ਕੋਲ ਪਹਿਲਾ ਕੁਐਸਚਨ ਹੈ ਵਾਈ ਡਿਡ ਸਮ ਸਕੋਲਰ ਲਾਫ ਐਟ ਅਸ਼ਟਵਕਰਾ। ਇਹ ਹੈ ਜੀ ਕੁਐਸਚਨ ਸਮ ਗਲੈਂਪਸਿਸ ਆਫ ਐਂਸ਼ੀਅੰਟ ਇੰਡੀਆ ਥਰੋ ਐਂਡ ਪ੍ਰੈਕਟਿਸਿਸ ਚੈਪਟਰਸ ਵਿੱਚੋਂ। ਹਾਂਜੀ, ਇਸ ਦਾ ਆਨਸਰ ਹੈ scholars laughed at Ashtavakra because of his deformed body। ਹਾਂਜੀ, ਸਾਡੇ ਕੋਲ ਸੈਕਿੰਡ ਕੁਐਸਚਨ ਹੈ why could not Fatik do well at school in Calcutta। ਹਾਂਜੀ, ਚੈਪਟਰ ਹੈ the home coming। ਆਨਸਰ is Fatik was an unwelcomed guest in his aunt's house. His aunt was always ready to scold him or chiding him
For that reason, he did not concentrate on his study. He was missing his family. That was the reason he did not do well in his study in Kolkata. हाँ जी साढ़े कोल थर्ड क्वेश्चन उसी चैप्टर चो है द होम कमिंग चो ही क्वेश्चन असी हुण पढ़ांगे वाई वर फटिक एंड हिज फ्रेंड अनॉयड विद मक्खन आंसर Fatik and his friends were about to roll the log away, but Makhan, his younger brother, silently down on the log in the front of all them. One of the boy pushed him, but he behaved as if he had no effect at all. That was why Fatik and all friends were annoyed with Makhan. हाँ जी साढ़े कोल फोर्थ क्वेश्चन है हाउ कैन यू डिस्टिंग्विश बिटवीन प्लैनेट्स एंड स्टार्स हाँ जी ये चैप्टर है साढ़े कोल द मेकिंग ऑफ द अर्थ आंसर हुण असीं करांगे कंपेयर टू द स्टार्स द प्लैनेट्स आर लुक बिगर इन द स्काई बिकॉज दे आर मच नियरर टू अस स्टार्स ट्विंकल वाइल प्लैनेट्स डू नॉट हाँ जी साढ़े कोल फिफ्थ क्वेश्चन है वाई डिड द राइटर ऑफ द रूल ऑफ द रोड नीड अ रीजनेबल साइलेंस इन द कंपार्टमेंट हाँ जी चैप्टर है द रूल ऑफ द रोड आंसर राइटर वॉज रीडिंग टू गेट समथिंग नॉलेज from that book. He was not reading it for pleasure. That was why he needed reasonable silence in the compartment. हाँ जी साढ़े कोल थर्ड क्वेश्चन है सामने कोई दो क्वेश्चंस करने होंगे चार क्वेश्चन के विचों जो कि कैरी करते हैं 2 मार्क्स के हाँ जी साढ़े कोल पहला क्वेश्चन है वाई डिड होम नॉट लेट वॉटसन एग्जामाइन हिम हाँ जी साढ़े ए चैप्टर है द डाइंग डिटेक्टिव आंसर होम डिड नॉट वांट वॉटसन टू एग्जामाइन हिम बिकॉज ही न्यू दैट हिज डिजीज वाज डेडली एंड कंटेजियस हाँ जी साढ़े कोल सैकेंड क्वेश्चन है वाई वाज द बॉय कॉल्ड सॉसेज हाँ जी चैप्टर है ये रिटर्न टू एयर आंसर ही वाज कॉल्ड सॉसेज बिकॉज ही वाज क्वाइट फैट एंड प्लम थर्ड क्वेश्चन व्हाट इज डक डाइविंग हाउ इट इज ट्रॉट चैप्टर है रिटर्न टू एयर आंसर डक डाइविंग इज टू गो डाउन द बॉटम ऑफ द वाटर इन द मैनर ऑफ अ डक अ ब्रिक इज थ्रोन इनटू द वाटर एंड डाइवर इज आस्क्ड टू ब्रिंग इट आउट इन दिस वे डक डाइविंग इज ट्रॉट हाँ जी साढ़े कोल फोर्थ क्वेश्चन है वट इज़ द मॉरल ऑफ द स्टोरी हाउ मच लैंड डज अ मैन नीड आंसर मैन हैज़ वेरी लिमिटेड नीड बट फॉर मनी he goes on doing one thing after the other. He never feels satisfied till he meets his end. It shows that greed is curse. Fourth question, attempt any one of the following, carrying 3 marks. What is the central idea of the poem where the mind is without fear? This is a prayer to God. The poet asks him to awaken his country into a heaven of freedom where there is a total freedom of good thought, good words and the good action. Poet wants his countrymen to live without fear. Option है read the following stanza and answer any 2 questions. The tigress Razia lived alone. Her 2 cubs have not yet been named. Sheru barely played with them and now he has gone. Oh, what a shame. Sheru was an expert on winds, knew how they transferred dale and hill and where they put up for the night when no leaves stirred and all was still. First question, name the poem at the poet. The name of the poem is Razia the Tigress and the name of poet is KKN Daruwala. Second question, why does Razia the Tigress live alone? Answer, Tiger Sheru has left Razia so she lives alone with her 2 cubs. Third question, what was Sheru's expertise? Answer, Sheru was an expert on winds. He knew their direction. He also knew that with their help, the deer could smell the presence of tiger. So he kept himself in such a position that his smell would not reach the deer and he could get at them easily. Section C, vocabulary part, 2 marks.
Fifth question. Fill in the blank choosing the correct word. He was set free on bail or bail. Answer is BAIL, bail. Second question. Use the given idiom in the sentence. Close-fisted person. Meaning not willing to spend or give much money. An- Answer. My uncle is a close-fisted person. Section D. Grammar and composition carrying 18 marks. Sixth question. Translate any two of the following sentence into Punjabi or Hindi. First, this does not belong to me. ਇਹ ਮੇਰੀ नहीं है ਜਾਂ ਇਹ ਮੇਰੇ ਨਾਲ ਸੰਬੰਧਿਤ नहीं है. Second point. Mother, the holidays have come. ਮਾਂ, ਛੁੱਟੀਆਂ ਪੈ ਚੁੱਕੀਆਂ ਹਨ. Third, stars twinkle, planets do not. ਤਾਰੇ ਟਿਮਟਮਾਉਂਦੇ ਹਨ, ਗ੍ਰਹਿ ਨਹੀਂ. B part. Translate of two of the following sentence into English. First, ਅਸੀਂ ਚਾਹ ਪੀ ਰਹੇ ਹਾਂ. We are drinking tea or we are having tea. Second sentence is शोर ना मचाओ. Do not make noise. Third sentence, ਤੁਸੀਂ ਕੀ ਚਾਹੁੰਦੇ ਹੋ? What do you want? Seventh question, do as directed carrying 5 marks. First, fill in the blank using a suitable model from the bracket. It dash rain today. Can or may greater possibility. With greater possibility, answer is can. Second, fill in the blank using suitable sentence connector. Dash did I reach the station? Dash train left. Answer, no sooner did I reach the station than the train left. Third question, change the following into indirect speech. Ram said I will write the book. Answer, Ram said that he would write the book. Fourth question, rewrite the following sentence using past indefinite tense. He ride a bicycle. Answer, he rode a bicycle. Fifth question, punctuate the following sentence. I would rather die, she said, than beg. Eighth question, write a paragraph on any one topic using the following hints. Discipline or fast food. Ninth question, attempt any one letter. 10 question is marks for good handwriting. Thank you guys for watching my video. Please like and subscribe.